ਸਤਿ ਸ਼੍ਰੀ ਅਕਾਲ ਦੋਸਤੋ, ਰੇਸ ਅਕੈਡਮੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਪੰਜਾਬ ਜੀਕੇ ਦੀ ਮੌਕ ਟੈਸਟ ਸੀਰੀਜ਼ ਨੂੰ ਚਲਾਵਾਂਗੇ, ਜਿਹੜੀ ਕਿ ਤੁਹਾਨੂੰ ਆਉਣ ਵਾਲੇ ਪੇਪਰ ਜਿਵੇਂ ਕਿ ਨਾਇਬ ਤਹਿਸੀਲਦਾਰ, ਪਟਵਾਰੀ, ਪੰਜਾਬ ਕੋਆਪਰੇਟਿਵ ਬੈਂਕ, ਐਕਸਾਈਜ਼ ਇੰਸਪੈਕਟਰ, ਜਿੰਨੇ ਕੁ ਵੀ ਪੋਸਟਾਂ ਨੇ ਪੰਜਾਬ ਦੇ ਨਾਲ ਸੰਬੰਧਿਤ, ਤਾਂ ਬਹੁਤ ਜ਼ਿਆਦਾ ਹੈਲਪਫੁਲ ਹੋਊਗੀ ਇਹ ਵੀਡੀਓ। ਬੇਸਿਕਲੀ ਇਹਦੇ ਵਿੱਚ ਕੀ ਆਪਾਂ ਸਿੱਧਾ ਕੁਐਸਚਨ ਦਾ ਆਨਸਰ ਦੱਸ ਕੇ ਨਹੀਂ ਅੱਗੇ ਵਧਾਂਗੇ, ਤਾਂ ਬਿਲਕੁਲ ਕੁਐਸਚਨ ਨੂੰ ਕੀ ਹੈ ਜੀ ਥਿਓਰੈਟੀਕਲੀ ਰੀਡ ਕਰਾਂਗੇ ਅਤੇ ਪ੍ਰੋਪਰ ਉਹਦਾ ਕੀ ਹੈ ਜੀ ਰਿਵੀਜ਼ਨ ਕਰਾਂਗੇ। ਰਿਵੀਜ਼ਨ ਹੀ ਹੈ ਜਿਹੜਾ ਟੈਸਟ ਨੂੰ ਕਰੈਕ ਕਰਨ ਦਾ ਇੱਕ ਬੈਸਟ ਮੈਥਡ ਆ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਟਰੂ ਫੈਕਟਸ ਅਬਾਊਟ ਜਰਗ ਫੇਅਰ। ਜਰਗ ਦੇ ਮੇਲੇ ਨਾਲ ਸੰਬੰਧਿਤ ਆ, 2 ਵਾਰ ਲਿਖਿਆ ਗਿਆ ਜੀ। ਜਰਗ ਦੇ ਮੇਲੇ ਦੇ ਨਾਲ ਸੰਬੰਧਿਤ ਕੀ ਹੈ ਜੀ, ਸਹੀ ਗੱਲਾਂ ਦੱਸੋ। ਤਾਂ ਆਪਾਂ ਰੀਡ ਕਰਦੇ ਹਾਂ ਅਤੇ ਸਹੀ ਜਾਂ ਗਲਤ ਲੱਭਦੇ ਤੁਰੇ ਚੱਲਦੇ ਹਾਂ। ਦਿਸ ਫੇਅਰ ਇਜ਼ ਹੈਲਡ ਇਨ ਜਰਗ। ਬਿਲਕੁਲ ਜੀ, ਜਰਗ ਦੇ ਮੇਲੇ ਜਿਹੜਾ ਹੁੰਦਾ ਜੀ ਉਹ ਕਿੱਥੇ ਹੁੰਦਾ, ਜਰਗ ਪਿੰਡ ਦੇ ਵਿੱਚ ਹੁੰਦਾ। ਅਤੇ ਜਿਹੜਾ ਪੈਂਦੀ ਹੈ ਤਹਿਸੀਲ ਕਿਹੜੀ ਪੈਂਦੀ ਹੈ ਜੀ, ਪਾਇਲ। ਬਿਲਕੁਲ ਇਹ ਪੁਆਇੰਟ ਸਹੀ ਹੈ ਜੀ। ਇਟ ਇਜ਼ ਹੈਲਡ ਇਨ ਚੇਤ ਇਨ ਔਨਰ ਆਫ ਗੋਡੈਸ ਸੀਤਲਾ। ਸੀਤਲਾ ਮਾਤਾ ਦੀ ਕੀ ਹੈ ਜੀ ਇਹਦੇ ਵਿੱਚ ਪੂਜਾ ਕੀਤੀ ਜਾਂਦੀ ਹੈ। ਬਿਲਕੁਲ ਇਹ ਵੀ ਪੁਆਇੰਟ ਸਹੀ ਹੈ। ਇਟ ਇਜ਼ ਆਲਸੋ ਨੋਨ ਐਜ਼ ਬਾਹੀਰੀਆ ਫੇਅਰ। ਇਹਨੂੰ ਬਾਹੀਰੀਆ ਫੇਅਰ ਵੀ ਜਿਹੜਾ ਉਹ ਬਾਹੀਰੀਆ ਮੇਲਾ ਵੀ ਕਿਹਾ ਜਾਂਦਾ। ਇਹ ਵੀ ਪੁਆਇੰਟ ਹੈ ਜਿਹੜਾ ਬਿਲਕੁਲ ਸਹੀ ਹੈ। ਡੋਂਕੀ ਵਾਜ਼ ਆਲਸੋ ਇਨ ਹਿਜ਼ ਫੇਵਰੇਟ। ਦੇਖੋ ਜੀ, ਡੋਂਕੀ ਦੀ ਵੀ ਪੂਜਾ ਇਹਦੇ ਵਿੱਚ ਕੀ ਹੈ ਜੀ ਕੀਤੀ ਜਾਂਦੀ ਹੈ। ਤਾਂ ਸਾਰੇ ਫੈਕਟ ਨੇ ਜਿਹੜੇ ਉਹ ਕੀ ਨੇ ਜੀ ਸਹੀ ਨੇ ਇਹਦੇ ਨਾਲ ਸੰਬੰਧਿਤ। ਤਾਂ ਇਹਦੀ ਆਪਸ਼ਨ ਕਿਹੜੀ ਲਾਉਂਗੇ ਜੀ, ਇਹ ਸੀ ਆਪਸ਼ਨ ਲਾਉਂਗੇ। ਬੇਸਿਕਲੀ ਜਿਹੜਾ ਮੇਰਾ ਪਰਪਸ ਹੁੰਦਾ ਜੀ ਉਹ ਕੀ ਹੈ ਜੀ, PPSC ਦੇ ਅਕੋਰਡਿੰਗ ਕੀ ਹੈ ਕੁਐਸਚਨਸ ਨੂੰ ਸੈੱਟ ਕਰਨ ਦਾ ਹੁੰਦਾ ਹੈ। ਠੀਕ ਹੈ ਜੀ ਗੱਲ, ਜਿਵੇਂ PPSC ਦਾ ਪੈਟਰਨ ਹੁੰਦਾ ਉਵੇਂ ਕੀ ਹੈ ਜੀ ਇਹ ਕੁਐਸਚਨ ਨੇ ਜਿਹੜੇ ਉਹ ਮੈਂ ਸੈੱਟ ਕੀਤੇ ਹੋਏ ਨੇ। ਤਾਂ ਇਹਦੇ ਵਿੱਚ ਬੇਸਿਕਲੀ ਸਾਰੇ ਜਿਹੜੇ ਟੈਸਟ ਨੇ ਉਹ ਕਵਰ ਹੋ ਜਾਣਗੇ। ਠੀਕ ਹੈ ਜੀ ਗੱਲ। ਤਾਂ ਚਾਰੇ ਦੇ ਚਾਰੇ ਪੁਆਇੰਟ ਇਹ ਕੁਐਸਚਨ ਦੇ ਨਾਲ ਸੰਬੰਧਿਤ ਜਿਹੜੇ ਸਹੀ ਨੇ। ਰਿਪੀਟ ਕਰਾ ਦਿੰਦਾ, ਜਰਗ ਦਾ ਮੇਲਾ ਕਿੱਥੇ ਹੁੰਦਾ ਜੀ, ਜਰਗ ਦੇ ਵਿੱਚ ਹੁੰਦਾ। ਤਹਿਸੀਲ ਕਿਹੜੀ ਪੈਂਦੀ ਹੈ, ਪਾਇਲ ਦੇ ਵਿੱਚ ਜੀ, ਲੁਧਿਆਣੇ ਦੇ ਵਿੱਚ। ਇਹ ਕੀ ਹੈ ਜੀ ਪ੍ਰੋਪਰ ਇਹ ਜ਼ਿਲ੍ਹੇ ਦੇ ਵਿੱਚ ਇਹ ਹੁੰਦਾ ਜੀ। ਠੀਕ ਹੈ, ਚੇਤ ਦਾ ਮਹੀਨਾ ਹੁੰਦਾ ਜੀ। ਗੋਡੈਸ ਸੀਤਲਾ, ਸੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਠੀਕ ਹੈ ਜੀ, ਇਹਨੂੰ ਬਾਹੀਰੀਆ ਫੇਅਰ ਵੀ ਕਿਹਾ ਜਾਂਦਾ ਜੀ। ਠੀਕ ਹੈ, ਅਤੇ ਇਸ ਤੋਂ ਇਲਾਵਾ ਇਹ ਕੁਐਸਚਨ ਪੁੱਛਿਆ ਹੋਇਆ ਜਿਹੜਾ ਮੈਂ ਅਗਲਾ ਦੱਸਣ ਜਾ ਰਿਹਾ ਕਿ ਜਰਗ ਦੇ ਮੇਲੇ ਵਿੱਚ ਕਿਸ ਦੀ ਪੂਜਾ ਹੁੰਦੀ ਹੈ। ਤਾਂ ਜੇ ਸੀਤਲਾ ਆਪਸ਼ਨ ਦੇ ਵਿੱਚ ਨਾ ਹੋਵੇ ਤਾਂ ਕਈ ਵਾਰ ਡੋਂਕੀ ਵੀ ਪਾਇਆ ਪਿਆ ਹੁੰਦਾ ਜੀ। ਤਾਂ ਇਹ ਵੀ ਗੱਲਾਂ ਤੁਸੀਂ ਕੀ ਹੈ ਜੀ ਯਾਦ ਰੱਖਣੀਆਂ ਨੇ। ਵਿਚ ਟੈਂਪਲ ਇਜ਼ ਆਲਸੋ ਨੋਨ ਐਜ਼ ਸਿਲਵਰ ਟੈਂਪਲ। ਕਿਹੜੇ ਟੈਂਪਲ ਨੂੰ ਸਿਲਵਰ ਟੈਂਪਲ ਵੀ ਕਿਹਾ ਜਾਂਦਾ ਹੈ। ਤਾਂ ਪਹਿਲਾਂ ਇਹਦਾ ਆਪਾਂ ਜਵਾਬ ਲੈ ਲੈਂਦੇ ਹਾਂ। ਥਰਡ ਆਪਸ਼ਨ ਦੁਰਗਿਆਣਾ ਮੰਦਰ ਨੂੰ ਕੀ ਹੈ ਜੀ ਸਿਲਵਰ ਟੈਂਪਲ ਕਿਹਾ ਜਾਂਦਾ। ਦੁਰਗਿਆਣਾ ਮੰਦਰ ਕਿੱਥੇ ਹੈ ਜੀ, ਅੰਮ੍ਰਿਤਸਰ ਦੇ ਵਿੱਚ ਹੈ। ਠੀਕ ਹੈ ਜੀ ਗੱਲ, ਤੁਸੀਂ ਯਾਦ ਰੱਖਣਾ ਹੈ। ਦੁਰਗਿਆਣਾ ਮੰਦਰ ਦੇ ਨਾਲ ਸੰਬੰਧਿਤ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇ ਦਿੰਦਾ ਹੈ। ਪੇਪਰ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ ਕਿ ਦੁਰਗਿਆਣਾ ਮੰਦਰ ਕਿੱਥੇ ਹੈ, ਤੁਸੀਂ ਕਹਿ ਦੋਗੇ ਅੰਮ੍ਰਿਤਸਰ ਹੈ। ਥੋੜ੍ਹਾ ਐਗਜ਼ਾਮੀਨਰ ਕੀ ਹੈ ਹੁਣ ਟਫ ਕਰਨ ਲੱਗ ਗਿਆ। ਦੁਰਗਿਆਣਾ ਮੰਦਰ ਦਾ ਜਿਹੜਾ ਇਨੈਗੋਰੇਟ ਕੀਤਾ ਸੀ, ਮਤਲਬ ਨੀਂਹ ਪੱਥਰ ਕਹਿ ਦੇ ਪੇਪਰ ਦੇ ਵਿੱਚ ਪੁੱਛ ਲਏ ਤਾਂ ਤੁਸੀਂ ਕਹੋਗੇ ਜੀ ਕਿਹਨੇ ਰੱਖਿਆ, ਮਦਨ ਮੋਹਨ ਮਾਲਵਿਆ। ਪੇਪਰ ਦੇ ਵਿੱਚ ਇੱਕ ਆਪਸ਼ਨ ਪੰਡਿਤ ਜਵਾਹਰ ਲਾਲ ਨਹਿਰੂ ਵੀ ਆ ਜਾਂਦੀ ਹੈ। ਤੁਸੀਂ ਜਵਾਹਰ ਲਾਲ ਨਹਿਰੂ 'ਤੇ ਨਹੀਂ ਲੱਗ ਕੇ ਆਉਣਾ, ਮਦਨ ਮੋਹਨ ਮਾਲਵਿਆ 'ਤੇ ਲੱਗ ਕੇ ਆਉਣਾ ਹੈ। ਬਿਲਕੁਲ ਇਹ ਕੀ ਹੈ ਜੀ ਕਰੈਕਟ ਹੈ ਜਿਹੜੀ ਇਨਫੋਰਮੇਸ਼ਨ ਹੈਗੀ ਆ। ਤਾਂ ਪੇਪਰ ਦੇ ਵਿੱਚ ਇਹ ਪੁੱਛ ਲੈਂਦਾ। ਦੇਵੀ ਤਲਾਬ ਮੰਦਰ ਪੇਪਰ 'ਚ ਪੁੱਛ ਲੈਂਦਾ ਕਿੱਥੇ ਹੈ ਜੀ, ਜਲੰਧਰ ਦੇ ਵਿੱਚ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ, ਅਤੇ ਚੰਡੀ ਮੰਦਰ ਕਿੱਥੇ ਹੈ ਜੀ, ਚੰਡੀਗੜ੍ਹ ਦੇ ਵਿੱਚ ਹੈ। ਸੂਰਜਕੁੰਡ ਟੈਂਪਲ ਇਹ ਕਿੱਥੇ ਹੈ ਜੀ, ਕਈ ਵਾਰ ਪੇਪਰ 'ਚ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਸੁਨਾਮ ਦੇ ਵਿੱਚ ਹੈ। ਠੀਕ ਹੈ ਜੀ ਗੱਲ। ਇਹਦੇ ਨਾਲ ਸੰਬੰਧਿਤ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ, ਉਹ ਇਹ ਹੈ ਕਿ ਸੂਰਜਕੁੰਡ ਟੈਂਪਲ ਦੇ ਉੱਤੇ ਕੀ ਹੈ ਜੀ ਹਮਲਾ ਕੀਤਾ ਸੀਗਾ ਜੀ ਕਿਹਨੇ, ਮਹਿਮੂਦ ਗਜ਼ਨਵੀ ਨੇ। ਠੀਕ ਹੈ ਜੀ ਗੱਲ, ਮਹਿਮੂਦ ਗਜ਼ਨਵੀ ਜਦੋਂ ਭਾਰਤ ਆਇਆ ਸੀ 17 ਰੇਡਸ ਕੀਤੀਆਂ ਸੀ ਭਾਰਤ ਦੇ ਉੱਤੇ। ਠੀਕ ਹੈ ਜੀ ਗੱਲ, ਤਾਂ ਉਸ ਸਮੇਂ ਮਹਿਮੂਦ ਗਜ਼ਨਵੀ ਨੇ ਇਸ ਮੰਦਰ ਦੇ ਉੱਤੇ ਹਮਲਾ ਵੀ ਕੀਤਾ ਸੀ। ਠੀਕ ਹੈ ਜੀ ਗੱਲ। ਤਾਂ ਸੂਰਜਕੁੰਡ ਦੇ ਨਾਲ ਸੰਬੰਧਿਤ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਜੀ, ਮਹਿਮੂਦ ਗਜ਼ਨਵੀ ਦੇ ਨਾਲ ਇੱਕ ਐਲਬਰੂਨੀ ਨਾਂ ਦਾ ਬੰਦਾ ਵੀ ਆਇਆ ਸੀ, ਜੋ ਕਿ ਇੱਕ ਤਰ੍ਹਾਂ ਦਾ ਪੋਇਟ ਸੀਗਾ ਜੀ। ਉਹਨੇ ਕਿਤਾਬ ਲਿਖੀ ਸੀ, ਕਿਤਾਬ ਉਲ ਹਿੰਦ। ਹਿਸਟਰੀ ਦੇ ਵਿੱਚ ਤੁਸੀਂ ਪੜ੍ਹੀ ਹੋਊਗੀ ਕਿਤਾਬ ਉਲ ਹਿੰਦ। ਠੀਕ ਹੈ, ਉਹਦੇ ਇਹ ਕਿਤਾਬ ਦੇ ਵਿੱਚ ਵੀ ਕੀ ਹੈ ਜੀ ਸੂਰਜਕੁੰਡ ਟੈਂਪਲ ਦੇ ਬਾਰੇ ਜਿਹੜੀ ਜਾਣਕਾਰੀ ਹੈ ਜਾਂ ਉਹ ਚਾਨਣਾ ਪਾਇਆ ਹੋਇਆ। ਤਾਂ ਇਹ ਗੱਲ ਵੀ ਤੁਸੀਂ ਯਾਦ ਰੱਖਣੀ ਆ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਦਲੀਪ ਕੌਰ ਟਿਵਾਣਾ ਗੌਟ ਸਾਹਿਤਿਆ ਅਕੈਡਮੀ ਅਵਾਰਡ ਫॉर ਹਿਜ਼ ਵਰਕ। ਦਲੀਪ ਕੌਰ ਟਿਵਾਣਾ ਨੂੰ ਸਾਹਿਤਿਆ ਅਕਾਡਮੀ ਅਵਾਰਡ ਮਿਲਿਆ ਹੋਇਆ। ਬਿਲਕੁਲ ਜੀ। ਠੀਕ ਹੈ, ਤਾਂ ਕਿਹੜੀ ਬੁੱਕ ਦੇ ਲਈ ਮਿਲਿਆ ਹੋਇਆ, ਕਿਹੜੇ ਵਰਕ ਦੇ ਲਈ ਕੀ ਉਹ ਮਿਲਿਆ ਹੋਇਆ। ਤਾਂ ਇਹਦਾ ਜਿਹੜਾ ਸਹੀ ਆਨਸਰ ਆਪਾਂ ਲੈ ਲੈਂਦੇ ਹਾਂ, ਇਹੋ ਹਮਾਰਾ ਜੀਵਨਾ ਦੇ ਲਈ ਕੀ ਹੈ ਜੀ ਇਹ ਮਿਲਿਆ ਹੋਇਆ। ਠੀਕ ਹੈ, ਪਹਿਲਾਂ ਮੈਂ ਆਪਸ਼ਨਾਂ ਡਿਸਕਸ ਕਰੂੰਗਾ, ਫਿਰ ਮੈਂ ਸਾਹਿਤਿਆ ਅਕੈਡਮੀ ਅਵਾਰਡ 'ਤੇ ਆਊਂਗਾ। ਦੇਖੋ ਜੀ, ਕਥਾ ਕਹੋ ਅਰਵੇਸ਼ੀ ਪੇਪਰ ਦੇ ਵਿੱਚ ਪੁੱਛ ਲੈਣ ਕਿਹਦੀ ਕਿਤਾਬ ਹੈ, ਤਾਂ ਇਹ ਵੀ ਕਿਹਦੀ ਹੈ ਜੀ ਦਲੀਪ ਕੌਰ ਟਿਵਾਣਾ ਦੀ ਹੈ। ਇਹੋ ਹਮਾਰਾ ਜੀਵਨਾ ਵੀ ਦਲੀਪ ਕੌਰ ਟਿਵਾਣਾ ਦੀ ਹੈ। ਨੰਗੇ ਪੈਰਾਂ ਦਾ ਸਫ਼ਰ ਵੀ ਕਿਹਦੀ ਹੈ ਜੀ ਦਲੀਪ ਕੌਰ ਟਿਵਾਣਾ ਦੀ। ਠੀਕ ਹੈ, ਆਪਸ਼ਨ ਦੇ ਵਿੱਚ ਪਿਆ ਜੀ ਸਨੇਹੇ। ਠੀਕ ਹੈ, ਸਨੇਹੇ ਜਿਹੜੀ ਕਿਤਾਬ ਆ ਉਹ ਕਿਹਦੀ ਹੈ ਜੀ ਅੰਮ੍ਰਿਤਾ ਪ੍ਰੀਤਮ ਦੀ ਹੈ। ਠੀਕ ਹੈ, ਸਨੇਹੇ ਕਿਤਾਬ ਦੇ ਲਈ ਹੀ ਅੰਮ੍ਰਿਤਾ ਪ੍ਰੀਤਮ ਨੂੰ ਕੀ ਹੈ ਜੀ
ਸਾਹਿਤਿਆ ਅਕਾਦਮੀ ਅਵਾਰਡ ਹੈ ਜਿਹੜਾ ਉਹ ਮਿਲਿਆ ਹੋਇਆ। ਠੀਕ ਹੈ ਜੀ ਗੱਲ। ਦਲੀਪ ਕੌਰ ਟਿਵਾਣਾ ਨੂੰ ਕਾਹਦੇ ਲਈ ਮਿਲਿਆ ਹੋਇਆ ਜੀ? ਇਹੋ ਹਮਾਰਾ ਜੀਵਨਾਂ ਲਈ। ਅੰਮ੍ਰਿਤਾ ਪ੍ਰੀਤਮ ਨੂੰ ਕਾਹਦੇ ਲਈ ਮਿਲਿਆ ਹੋਇਆ ਜੀ? ਸਨੇਹੇ ਦੇ ਲਈ। ਠੀਕ ਹੈ ਜੀ ਗੱਲ। ਹੁਣ ਆਪਾਂ ਆਉਂਦੇ ਹਾਂ ਅਵਾਰਡ ਦੇ ਉੱਤੇ। ਸਾਰਿਆਂ ਨਾਲੋਂ ਮਤਲਬ ਉੱਪਰ ਅਵਾਰਡ ਹੈ ਜਿਹੜਾ ਆਪਾਂ ਉਹ ਪੜ੍ਹਨਾ। ਕਿਹੜਾ ਪੜ੍ਹਨਾ ਜੀ? ਜਨੀਪਥ ਅਵਾਰਡ ਪੜ੍ਹਨਾ। ਠੀਕ ਹੈ। ਉਦੋਂ ਬਾਅਦ ਕਿਹੜਾ ਆ ਜਾਂਦਾ ਜੀ? ਸਾਹਿਤਿਆ ਅਕਾਦਮੀ ਅਵਾਰਡ ਆ ਜਾਂਦਾ। ਫਿਰ ਕਿਹੜਾ ਆ ਜਾਂਦਾ ਜੀ? ਸਰਸਵਤੀ ਸੰਮਨ। ਠੀਕ ਹੈ। ਉਦੋਂ ਬਾਅਦ ਕਿਹੜਾ ਆ ਜਾਂਦਾ ਜੀ? ਦਾਹਣ ਇੰਟਰਨੈਸ਼ਨਲ ਲਿਟਰੇਚਰ ਅਵਾਰਡ। ਠੀਕ ਹੈ ਜੀ। ਤਾਂ ਆਪਾਂ ਸਾਰੇ ਡਿਸਕਸ ਕਰ ਲੈਂਦੇ ਹਾਂ। ਜਨੀਪਥ ਅਵਾਰਡ ਪੰਜਾਬੀ ਦੇ ਵਿੱਚ ਪਹਿਲਾ ਸਾਰਿਆਂ ਨਾਲੋਂ ਪਹਿਲਾਂ ਕਿਹਨੂੰ ਮਿਲਿਆ ਜੀ? ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ। ਠੀਕ ਹੈ ਜੀ। ਥੋੜ੍ਹਾ ਜਿਹਾ ਆਪਾਂ ਤੇਜ਼ ਨਾਲ ਚੱਲਾਂਗੇ। ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ। ਅੰਮ੍ਰਿਤਾ ਪ੍ਰੀਤਮ ਨੂੰ ਕਿਹੜੇ ਕੰਮ ਦੇ ਲਈ ਮਿਲਿਆ ਜੀ? ਤਾਂ ਕਾਗਜ਼ ਤੇ ਕੈਨਵਸ ਕਿਤਾਬ ਦੇ ਲਈ ਮਿਲਿਆ। ਠੀਕ ਹੈ ਜੀ ਗੱਲ। ਬੰਦਿਆਂ ਦੇ ਵਿੱਚ ਜਨੀਪਥ ਅਵਾਰਡ ਪੰਜਾਬੀ ਦੇ ਵਿੱਚ ਗੱਲ ਕਰ ਰਹੇ ਹਾਂ ਜੀ। ਤਾਂ ਸਾਰਿਆਂ ਨਾਲੋਂ ਪਹਿਲੀ ਵਾਰ ਕਿਹਨੂੰ ਮਿਲਿਆ ਜੀ? ਤਾਂ ਤੁਸੀਂ ਕਹੋਗੇ ਜੀ ਗੁਰਦਿਆਲ ਸਿੰਘ ਨੂੰ ਮਿਲਿਆ। ਕਿਹੜੀ ਕਿਤਾਬ ਦੇ ਲਈ? ਮੜੀ ਦਾ ਦੀਵਾ ਲਈ। ਠੀਕ ਹੈ ਜੀ ਗੱਲ। ਹੁਣ ਆਉਂਦੀ ਹੈ ਗੱਲ ਜੀ ਸਾਹਿਤਿਆ ਅਕੈਡਮੀ ਅਵਾਰਡ। ਸਾਹਿਤਿਆ ਅਕੈਡਮੀ ਅਵਾਰਡ ਪੰਜਾਬੀ ਦੇ ਵਿੱਚ ਸਾਰਿਆਂ ਨਾਲੋਂ ਪਹਿਲੀ ਵਾਰ ਕਿਹਨੂੰ ਮਿਲਿਆ ਜੀ? ਤਾਂ ਉਹ ਮਿਲਿਆ ਜੀ ਭਾਈ ਵੀਰ ਸਿੰਘ ਨੂੰ। ਠੀਕ ਹੈ। ਯਾਦ ਰੱਖੋਗੇ ਭਾਈ ਵੀਰ ਸਿੰਘ ਨੂੰ ਕਿਹੜੇ ਕਾਹਦੇ ਲਈ ਜੀ? ਮੇਰੇ ਸਾਈਆਂ ਜੀਓ ਦੇ ਲਈ। ਮੇਰੇ ਸਾਈਆਂ ਜੀਓ ਦੇ ਲਈ ਕੀ ਹੈ ਜੀ? ਇਹ ਮਿਲਿਆ ਹੈਗਾ। ਯਾਦ ਰੱਖਣਾ ਹੈਗਾ। ਠੀਕ ਹੈ। ਸਾਹਿਤਿਆ ਅਕੈਡਮੀ ਅਵਾਰਡ ਆਪਾਂ ਕੁਛ ਕੁ ਹੋਰ ਰਾਈਟਰਸ ਨੂੰ ਵੀ ਮਿਲਿਆ ਹੋਇਆ ਤਾਂ ਆਪਾਂ ਉਹ ਯਾਦ ਰੱਖ ਲੈਂਦੇ ਹਾਂ। ਠੀਕ ਹੈ। ਜਿਵੇਂ ਕਿ ਜਸਵੰਤ ਸਿੰਘ ਕੰਵਲ ਸਾਰਿਆਂ ਨੇ ਸੁਣਿਆ ਹੋਊਗਾ। ਤਸ਼ਾਲੀ ਦੀ ਹੰਸੋ ਕਿਤਾਬ ਦੇ ਲਈ ਇਹਨਾਂ ਨੂੰ ਮਿਲਿਆ ਸਾਹਿਤਿਆ ਅਕੈਡਮੀ ਅਵਾਰਡ। ਠੀਕ ਹੈ। ਰਾਮ ਸਰੂਪ ਅਣਖੀ ਨੂੰ ਮਿਲਿਆ ਜੀ ਕੋਠੇ ਖੜਕ ਸਿੰਘ ਕਿਤਾਬ ਦੇ ਲਈ। ਠੀਕ ਹੈ ਜੀ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਅੰਮ੍ਰਿਤਾ ਪ੍ਰੀਤਮ ਨੂੰ ਸਨੇਹੇ ਲਈ ਮਿਲਿਆ ਜੀ। ਠੀਕ ਹੈ। ਅਤੇ ਹੋਰ ਮੈਂ ਤੁਹਾਨੂੰ ਲਿਖਦਾ ਇੱਥੇ ਦੇਖੋ ਤੱਤੀ ਤਵੀ ਦਾ ਸੱਚ। ਠੀਕ ਹੈ ਜੀ। ਤਾਂ ਪੂਰਾ ਨਹੀਂ ਲਿਖੂੰਗਾ ਮੈਂ, ਤੁਸੀਂ ਦੇਖ ਲਿਓ ਧਿਆਨ ਨਾਲ, ਨੋਟ ਕਰ ਲਿਓ। ਤੱਤੀ ਤਵੀ ਦਾ ਸੱਚ ਲਈ ਮਿਲਿਆ ਜੀ ਕਿਹਨੂੰ? ਆਤਮਜੀਤ ਨੂੰ, ਰਾਈਟਰ ਆਤਮਜੀਤ ਨੂੰ। ਠੀਕ ਹੈ ਜੀ ਗੱਲ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਹਨੇਰੇ ਵਿੱਚ ਸੁਰਗ ਦੀ ਵਰਨਮਾਲਾ। ਠੀਕ ਹੈ। ਇਹਦੇ ਲਈ ਮਤਲਬ ਇਹਦੇ ਲਈ ਅਵਾਰਡ ਮਿਲਿਆ ਕਿਹਨੂੰ ਜੀ? ਸਰਜੀਤ ਪਾਤਰ ਨੂੰ। ਠੀਕ ਹੈ ਜੀ ਗੱਲ। ਤਾਂ ਯਾਦ ਰੱਖੋਗੇ, ਇੰਪੋਰਟੈਂਟ ਆ। ਠੀਕ ਹੈ। ਅਤੇ ਜੇ ਆਪਾਂ ਗੱਲ ਕਰੀਏ ਸਰਸਵਤੀ ਸੰਮਨ ਦੀ। ਠੀਕ ਹੈ ਜੀ। ਸਰਸਵਤੀ ਸੰਮਨ ਸਾਰਿਆਂ ਨਾਲੋਂ ਪਹਿਲੀ ਵਾਰ ਕਿਹਨੂੰ ਮਿਲਿਆ? ਹਰਭਜਨ ਸਿੰਘ ਨੂੰ। ਕਿਹਦੇ ਲਈ ਜੀ? ਰੁੱਖ ਤੇ ਰਿਸ਼ੀ ਲਈ। ਠੀਕ ਹੈ ਜੀ ਗੱਲ। ਦਲੀਪ ਕੌਰ ਟਿਵਾਣਾ ਨੂੰ ਮਿਲਿਆ ਜੀ ਕਾਹਦੇ ਲਈ? ਕਥਾ ਕਹੋ ਉਰਵੇਸ਼ੀ ਲਈ। ਕਨਫਿਊਜ਼ ਨਾ ਕਰ ਜਿਓ। ਸਾਹਿਤ ਅਕੈਡਮੀ ਅਵਾਰਡ ਦਲੀਪ ਕੌਰ ਟਿਵਾਣਾ ਨੂੰ ਮਿਲਿਆ ਜੀ ਇਹੋ ਹਮਾਰਾ ਜੀਵਨਾਂ ਲਈ। ਕਥਾ ਕਹੋ ਉਰਵੇਸ਼ੀ ਲਈ ਮਿਲਿਆ ਜੀ ਦਲੀਪ ਕੌਰ ਟਿਵਾਣਾ ਨੂੰ ਸਰਸਵਤੀ ਸੰਮਨ। ਠੀਕ ਹੈ ਜੀ। ਅਤੇ ਸਰਜੀਤ ਪਾਤਰ ਨੂੰ ਮਿਲਿਆ ਜੀ ਕਾਹਦੇ ਲਈ? ਲਫ਼ਜ਼ਾਂ ਦੀ ਦਰਗਾਹ ਦੇ ਲਈ। ਠੀਕ ਹੈ ਜੀ। ਇਹ 3 ਸਰਸਵਤੀ ਸੰਮਨ ਨੇ ਜਿਹੜੇ ਤੁਸੀਂ ਯਾਦ ਰੱਖਣੇ ਨੇ। 2 ਗਿਆਨਪੀਠ ਅਵਾਰਡ ਯਾਦ ਰੱਖਣੇ। 1 ਸਾਹਿਤ ਅਕੈਡਮੀ ਅਵਾਰਡ ਹੈ ਜਿਹੜਾ ਉਹ ਪਹਿਲੀ ਵਾਰ ਕਿਹਨੂੰ ਮਿਲਿਆ? ਭਾਈ ਵੀਰ ਸਿੰਘ ਨੂੰ। ਤਾਂ ਇਹ ਗੱਲਾਂ ਸਾਰੀਆਂ ਤੁਸੀਂ ਕੀ ਹੈ ਜੀ? ਯਾਦ ਰੱਖਣੀਆਂ ਨੇ। ਠੀਕ ਹੈ। ਤਾਂ ਤੁਹਾਨੂੰ ਮੈਂ ਥੋੜ੍ਹੀ ਜਿਹੀ ਕਿਤਾਬ ਦੱਸ ਦਿੰਦਾ, ਪੇਪਰ 'ਚ ਕਈ ਵਾਰ ਪੁੱਛ ਲੈਣ ਕਿ ਲੋਹਾ ਕੁੱਟ ਕਿਤਾਬ ਕਿਹਦੀ ਲਿਖੀ ਹੈ ਜੀ? ਤਾਂ ਤੁਸੀਂ ਕਹੋਗੇ ਜੀ ਬਲਵੰਤ ਗਾਰਗੀ ਦੀ। ਬਲਵੰਤ ਗਾਰਗੀ ਦੀ ਇੱਕ ਕਿਤਾਬ ਤਾਂ ਤੁਸੀਂ ਜਮ੍ਹਾਂ ਹੀ ਨਹੀਂ ਭੁੱਲਣੀ। ਕਿਹੜੀ? ਦਾ ਨੇਕਡ ਟਰਾਇੰਗਲ। ਦਾ ਨੇਕਡ ਟਰਾਇੰਗਲ ਬਲਵੰਤ ਗਾਰਗੀ ਦੀ ਕਿਤਾਬ ਹੈ। ਠੀਕ ਹੈ ਜੀ ਗੱਲ। ਵਿਚ ਬੈਟਲ ਵਾਜ਼ ਬੋਰਨ ਬਾਏ ਸਿੱਖਸ ਇਨ ਫਸਟ ਐਂਗਲੋ ਸਿੱਖ ਵਾਰ। ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਸਿੱਖਾਂ ਨੇ ਕਿਹੜੀ ਲੜਾਈ ਹੈ ਜਿਹੜੀ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ? ਤਾਂ ਪਹਿਲਾਂ ਆਪਾਂ ਜਵਾਬ ਲੈਂਦੇ ਹਾਂ ਜੀ। ਤੀਜੀ ਆਪਸ਼ਨ ਬੈਟਲ ਆਫ ਬੱਦੋਵਾਲੇ ਦਾ ਕੀ ਹੈ ਜੀ? ਸਹੀ ਆਨਸਰ ਹੈ। ਦੇਖੋ ਹੁਣ ਮੈਂ ਐਂਗਲੋ ਸਿੱਖ ਯੁੱਧ 'ਤੇ ਆਵਾਂ ਤਾਂ ਪੇਪਰ 'ਚ ਤੁਹਾਨੂੰ ਪੁੱਛ ਲੈਣ ਕਿੰਨੇ ਐਂਗਲੋ ਸਿੱਖ ਯੁੱਧ ਹੋਏ ਨੇ? ਤਾਂ ਤੁਸੀਂ ਕਹੋਗੇ 2 ਹੋਏ ਨੇ। ਠੀਕ ਹੈ। ਆਪਾਂ ਲਾਈਨ ਮਾਰ ਕੇ ਡਰਾਅ ਕਰ ਲੈਂਦੇ ਹਾਂ। ਪਹਿਲਾ ਐਂਗਲੋ ਸਿੱਖ ਯੁੱਧ ਮੈਂ ਇੱਧਰ ਲਿਖਦਾ, ਦੂਜਾ ਇੱਧਰ ਲਿਖੂੰਗਾ। ਠੀਕ ਹੈ ਜੀ। ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਤੋਂ ਕਦੋਂ ਹੋਇਆ ਜੀ? ਤੁਸੀਂ ਕਹੋਗੇ ਜੀ 1845 ਤੋਂ 1846 ਜੀ। ਦੂਜਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਜੀ? 1848 ਤੋਂ 1849 ਦੇ ਵਿੱਚ। ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਕਿੰਨੀਆਂ ਲੜਾਈਆਂ ਹੋਈਆਂ ਜੀ? 5 ਹੋਈਆਂ। ਦੂਜੇ ਐਂਗਲੋ ਸਿੱਖ ਯੁੱਧ ਦੇ ਵਿੱਚ ਕਿੰਨੀਆਂ ਹੋਈਆਂ ਜੀ? 4 ਹੋਈਆਂ। ਜਿਹੜੀਆਂ ਪੰਜੇ ਦੇ ਪੰਜੇ ਲਿਖੇ ਹੋਈਆਂ ਨੇ ਇਹ ਪਹਿਲੇ ਐਂਗਲੋ ਸਿੱਖ ਯੁੱਧ ਦੇ ਦੌਰਾਨ ਜਿਹੜੀਆਂ ਲੜਾਈਆਂ ਨੇ ਇਹ ਹੋਈਆਂ ਨੇ। ਠੀਕ ਹੈ ਜੀ ਗੱਲ। ਪੇਪਰ 'ਚ ਤੁਹਾਨੂੰ ਪੁੱਛ ਲੂ ਪਹਿਲੇ ਐਂਗਲੋ ਸਿੱਖ ਯੁੱਧ ਦੇ ਦੌਰਾਨ ਪੰਜਾਬ ਦਾ ਜਿਹੜਾ ਰੂਲਰ ਸੀਗਾ ਕੌਣ ਸੀਗਾ? ਤਾਂ ਮਹਾਰਾਜਾ ਦਲੀਪ ਸਿੰਘ ਸੀਗਾ। ਠੀਕ ਹੈ ਜੀ ਗੱਲ। ਅਤੇ ਅੰਗਰੇਜ਼ਾਂ ਵੱਲੋਂ ਜਿਹੜਾ ਵਾਇਸਰਾਏ ਸੀਗਾ ਕੌਣ ਸੀਗਾ ਜੀ? ਲਾਰਡ ਹਾਰਡਿੰਗ ਸੀਗਾ। ਠੀਕ ਹੈ ਜੀ। ਹਾਰਡਿੰਗ ਯਾਦ ਰੱਖਣਾ ਹੈ। ਠੀਕ ਹੈ। ਅਤੇ ਜੇ ਪੇਪਰ 'ਚ ਪੁੱਛ ਲੈਣ ਕਿ ਦੂਜੇ ਐਂਗਲੋ ਸਿੱਖ ਯੁੱਧ ਦੇ ਦੌਰਾਨ ਪੰਜਾਬ ਦਾ ਜਿਹੜਾ ਰੂਲਰ ਸੀਗਾ ਕੌਣ ਸੀਗਾ? ਦਲੀਪ ਸਿੰਘ ਸੀਗਾ, ਮਹਾਰਾਜਾ ਦਲੀਪ ਸਿੰਘ। ਅਤੇ ਵਾਇਸਰਾਏ ਸੀਗਾ ਜਿਹੜਾ ਉਹ ਕੌਣ ਸੀਗਾ? ਲਾਰਡ ਡਲਹੌਜੀ। ਯਾਦ ਰੱਖੋਗੇ। ਠੀਕ ਹੈ ਜੀ ਗੱਲ। ਤਾਂ ਆਪਾਂ ਥੋੜ੍ਹਾ ਜਿਹਾ ਡਿਸਕਸ਼ਨ ਕਰ ਲੈਂਦੇ ਹਾਂ। ਪਹਿਲਾ ਐਂਗਲੋ ਸਿੱਖ ਯੁੱਧ ਦੇ ਵਿੱਚ 5 ਲੜਾਈਆਂ ਮੁਦਕੀ, ਫਿਰੋਜ਼ਸ਼ਾਹ, ਵੱਦੋਵਾਲ, ਅਲੀਵਾਲ ਅਤੇ ਸਭਰਾਉਂ। ਮੁਦਕੀ ਦੇ ਵਿੱਚ ਕੌਣ ਸੀ? ਲਾਲ ਸਿੰਘ ਸੀਗਾ। ਫਿਰੋਜ਼ਸ਼ਾਹ ਦੇ ਵਿੱਚ ਕੌਣ ਸੀਗਾ ਜੀ? ਮੁਦਕੀ ਦੇ ਵਿੱਚ ਲਾਲ ਸਿੰਘ ਸੀਗਾ। ਫਿਰੋਜ਼ਸ਼ਾਹ ਦੇ ਵਿੱਚ ਕੌਣ ਸੀਗਾ ਜੀ? ਲਾਲ ਸਿੰਘ ਅਤੇ ਤੇਜ ਸਿੰਘ ਸੀਗੇ। ਠੀਕ ਹੈ। ਵੱਦੋਵਾਲ ਦੇ ਵਿੱਚ ਕੌਣ ਸੀ? ਰਣਜੋਤ ਸਿੰਘ ਮਜੀਠੀਆ ਸੀਗਾ। ਅਲੀਵਾਲ ਦੇ ਵਿੱਚ ਵੀ ਰਣਜੋਤ ਸਿੰਘ ਮਜੀਠੀਆ ਸੀਗਾ। ਅਤੇ ਸਭਰਾਉਂ ਦੇ ਵਿੱਚ ਲਾਲ ਸਿੰਘ, ਤੇਜ ਸਿੰਘ ਅਤੇ
ਸ਼ਾਮ ਸਿੰਘ ਅਟਾਰੀ ਵਾਲਾ। ਠੀਕ ਹੈ ਜੀ, ਗੱਲ ਯਾਦ ਰੱਖੋਗੇ। ਦੂਜੇ ਐਂਗਲੋ ਸਿੱਖ ਯੁੱਧ ਦੇ ਵਿੱਚ 4 ਲੜਾਈਆਂ ਹੋਈਆਂ ਨੇ, ਪਹਿਲੀਆਂ 2 ਦੇ ਵਿੱਚ ਕੀ ਹੈ ਜੀ ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਤਾਂ ਆਪਾਂ ਉਹਨਾਂ ਨੂੰ ਅਰੇਂਜ ਕਰਦੇ ਹਾਂ ਆਰਡਰ ਦੇ ਅਕੋਰਡਿੰਗ। ਦੂਜੇ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਪੇਪਰ ਦੇ ਵਿੱਚ ਪੁੱਛ ਲੈਣਗੇ, ਬੈਟਲ ਆਫ ਰਾਮਨਗਰ। ਦੂਜੀ ਲੜਾਈ ਕਿਹੜੀ ਸੀ, ਚਿਲਿਆਂਵਾਲੀ। ਤੀਜੀ ਲੜਾਈ ਕਿਹੜੀ ਸੀ, ਮੁਲਤਾਨ। ਚੌਥੀ ਲੜਾਈ ਪੇਪਰ 'ਚ ਪੁੱਛ ਲੈਣ, ਗੁਜਰਾਤ। ਗੁਜਰਾਤ ਦੀ ਲੜਾਈ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਬੈਟਲ ਆਫ ਗੰਜ ਵੀ ਕਿਹਾ ਜਾਂਦਾ ਹੈ। ਬੈਟਲ ਆਫ ਗੰਜ ਪੇਪਰ 'ਚ ਪੁੱਛ ਲੈਣਗੇ, ਕਿਹਨੂੰ ਕਿਹਾ ਜਾਂਦਾ ਹੈ, ਬੈਟਲ ਆਫ ਗੁਜਰਾਤ ਨੂੰ ਕਿਹਾ ਜਾਂਦਾ ਹੈ। ਪਹਿਲੀਆਂ 2 ਦੇ ਵਿੱਚ ਕੀ ਹੈ ਜੀ ਸਿੱਖਾਂ ਨੇ ਕੀ ਹੈ ਜੀ ਜਿੱਤ ਪ੍ਰਾਪਤ ਕੀਤੀ ਸੀ, ਧਿਆਨ ਰੱਖਿਓ, ਇੰਪੋਰਟੈਂਟ ਆ। ਠੀਕ ਹੈ, ਤਾਂ ਸੀ ਆਪਸ਼ਨ ਇਹਦਾ ਜਿਹੜਾ ਕੀ ਹੈ ਜੀ ਸਹੀ ਆਨਸਰ ਹੈ। ਮਹਾਰਾਜਾ ਰਣਜੀਤ ਸਿੰਘ ਬਿਲਟ। ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਚੀਜ਼ ਬਣਾਈ ਹੈ ਜੀ, ਤਾਂ ਦੇਖਦੇ ਹਾਂ ਆਪਾਂ। ਤਖਤ ਸ਼੍ਰੀ ਹਜ਼ੂਰ ਸਾਹਿਬ, ਬਿਲਕੁਲ ਜੀ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ। ਤਖਤ ਸ਼੍ਰੀ ਪਟਨਾ ਸਾਹਿਬ, ਬਿਲਕੁਲ ਜੀ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ। ਠੀਕ ਹੈ ਜੀ, ਤਖਤ ਸ਼੍ਰੀ ਦਮਦਮਾ ਸਾਹਿਬ ਨਹੀਂ ਜੀ, ਇਹ ਆਪਸ਼ਨ ਗਲਤ ਹੈ ਆਪਣੀ। ਤਾਂ ਚੌਥਾ ਬੋਥ 1 ਐਂਡ 2 ਆਰ ਟਰੂ ਨੇ ਜਿਹੜੇ, ਇਹਦਾ ਆਨਸਰ ਆ ਜਾਊਗਾ। ਤਾਂ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਥੋੜ੍ਹਾ ਜਿਹਾ ਡਿਸਕਸ਼ਨ ਕਰ ਲੈਂਦੇ ਹਾਂ। 1780 ਦੇ ਵਿੱਚ ਸੰਧਵਾਲੀਆ, ਠੀਕ ਹੈ, ਜਾਂ ਸ਼ੁਕਰ ਚੱਕੀਆ ਮਿਸਲ ਦੇ ਵਿੱਚ ਕੀ ਹੈ ਜੀ ਇਹਨਾਂ ਦਾ ਮਤਲਬ ਪੇਪਰ 'ਚ ਪੁੱਛ ਲੈਣ ਕਿਹੜੀ ਮਿਸਲ ਤੋਂ ਬਿਲੋਂਗ ਕਰਦੇ ਸੀ, ਤੁਸੀਂ ਕਹੋਗੇ ਜੀ ਸ਼ੁਕਰ ਚੱਕੀਆ ਮਿਸਲ ਤੋਂ ਬਿਲੋਂਗ ਕਰਦੇ ਸੀ। 1780 ਦੇ ਵਿੱਚ ਜਨਮ ਹੋਇਆ। ਠੀਕ ਹੈ ਜੀ ਗੱਲ। ਪਿਤਾ ਦਾ ਨਾਮ ਮਹਾ ਸਿੰਘ ਸੀਗਾ, ਮਾਤਾ ਦਾ ਨਾਮ ਰਾਜ ਕੌਰ ਸੀਗਾ, ਸੱਸ ਦਾ ਕੀ ਨਾਮ ਸੀ, ਸਦਾ ਕੌਰ। ਪੇਪਰ 'ਚ ਬਹੁਤ ਕਨਫਿਊਜ਼ ਹੋ ਜਾਂਦੇ ਨੇ ਬੱਚੇ, ਤਾਂ ਧਿਆਨ ਰੱਖਿਓ। ਠੀਕ ਹੈ, ਤਾਂ 1801 ਦੇ ਵਿੱਚ ਆਪਣੇ ਆਪ ਨੂੰ ਕੀ ਕੀਤਾ ਸੀਗਾ ਜੀ, ਮਹਾਰਾਜਾ ਐਲਾਨਿਆ ਸੀਗਾ। ਕਿਹਨੇ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ। ਪੇਪਰ 'ਚ ਆਇਆ ਹੋਇਆ ਕੁਐਸਚਨ ਹੈ। ਠੀਕ ਹੈ ਜੀ, 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਜਾਂਦੀ ਹੈ। ਹੋਰ ਮੈਂ ਤੁਹਾਨੂੰ ਦੱਸ ਦਿੰਦਾ, ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਦੇ ਵਿੱਚ 2 ਯੂਰਪੀਅਨ ਆਫੀਸਰ ਸੀਗੇ, ਜਿਨ੍ਹਾਂ ਦਾ ਨਾਮ ਕੀ ਸੀ, ਵੈਂਚੂਰਾ ਅਤੇ ਅਲਾਰਡ। ਠੀਕ ਹੈ, ਵੈਂਚੂਰਾ ਕੀ ਸੀਗਾ, ਫੌਜ ਖਾਸ, ਮਤਲਬ ਉਹ ਡਿਪਾਰਟਮੈਂਟ ਨੂੰ ਦੇਖਦਾ ਸੀਗਾ, ਜਿੰਨੀ ਕੁ ਬ੍ਰਿਗੇਡ ਸੀਗੀ, ਜਿੰਨੀ ਕੁ ਮਤਲਬ ਮਹਾਰਾਜਾ ਦੇ ਨਾਲ ਸੰਬੰਧਿਤ ਜਿਹੜੇ ਵੀ ਆਰਮੀ ਸੀ ਉਹਨੂੰ ਦੇਖਦਾ ਸੀਗਾ। ਅਲਾਰਡ ਸੀਗਾ ਜਿਹੜਾ ਕਵੈਲਰੀ ਦਾ ਇੰਚਾਰਜ ਸੀ, ਮਤਲਬ ਤੋਪਖਾਨੇ ਦਾ। ਠੀਕ ਹੈ ਜੀ ਗੱਲ, ਤਾਂ ਯਾਦ ਰੱਖੋਗੇ, ਇੰਪੋਰਟੈਂਟ ਆ। ਥੋੜ੍ਹੀਆਂ ਜਿਹੀਆਂ ਮੈਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੇ ਉਹਨੇ ਇਲਾਕੇ ਜਿੱਤੇ ਨੇਗੇ ਉਹਦੇ ਨਾਲ ਸੰਬੰਧਿਤ ਈਅਰ ਪੇਪਰ ਦੇ ਵਿੱਚ ਪੁੱਛ ਲੈਂਦਾ। ਤਾਂ ਚੈੱਕ ਕਰਦੇ ਹਾਂ ਆਪਾਂ, ਤੁਹਾਨੂੰ ਮੈਂ ਯਾਦ ਕਰਾਊਂਗਾ। ਇੱਕ ਤਰੀਕਾ ਹੀ ਹੈ ਯਾਦ ਕਰਨ ਦਾ, ਦੇਖੋ ਪਹਿਲਾਂ ਈਅਰ ਯਾਦ ਕਰੋ, 1799, 1805, 1809, ਠੀਕ ਹੈ ਜੀ, 1818, 1819 ਅਤੇ 1834। ਠੀਕ ਹੈ ਜੀ ਗੱਲ। 1799 ਦੇ ਵਿੱਚ ਲਾਹੌਰ ਜਿੱਤਿਆ ਜੀ ਕਿਹਦੇ ਤੋਂ, ਭੰਗੀ ਸਰਦਾਰਾਂ ਤੋਂ। ਠੀਕ ਹੈ ਜੀ, 1805 ਦੇ ਵਿੱਚ ਕੀ ਹੈ ਜੀ, ਅੰਮ੍ਰਿਤਸਰ ਜਿੱਤਿਆ ਕੀ ਤੋਂ, ਮਾਈ ਸੁੱਖਾਂ ਤੋਂ। 1809 ਦੇ ਵਿੱਚ ਕੀ ਹੈ ਜੀ, ਟ੍ਰਿਟੀ ਆਫ ਅੰਮ੍ਰਿਤਸਰ ਹੋ ਗਈ ਕਿਹਦੇ ਨਾਲ, ਲਾਰਡ ਮਿੰਟੋ ਦੇ ਨਾਲ। ਇੱਕ 1808 ਵੀ ਯਾਦ ਰੱਖ ਲਿਓ, 1808 ਦੇ ਵਿੱਚ ਸਿਆਲਕੋਟ ਜਿੱਤਿਆ ਜੀ ਕਿਤੋਂ, ਜੀਵਨ ਸਿੰਘ ਤੋਂ। ਪੇਪਰ ਦੇ ਵਿੱਚ ਐਂ ਪੁੱਛ ਲੈਂਦੇ ਨੇ ਵੀ ਕਦੋਂ ਜਿੱਤਿਆ, ਮੁਲਤਾਨ ਕਦੋਂ ਜਿੱਤਿਆ, ਸਿਆਲਕੋਟ ਕਿਤੋਂ ਜਿੱਤਿਆ, ਕਦੋਂ ਜਿੱਤਿਆ, ਕਿਸੇ ਵੀ ਤਰ੍ਹਾਂ ਦਾ ਕੁਐਸਚਨ ਹੈ ਜਿਹੜਾ ਪੁੱਛ ਸਕਦਾ ਹੈ। 1818 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਜਿੱਤਿਆ ਕਿਤੋਂ ਜੀ, ਮੁਜ਼ੱਫਰ ਖਾਨ ਤੋਂ। 1819 ਦੇ ਵਿੱਚ ਕਸ਼ਮੀਰ ਜਿੱਤਿਆ ਜੀ ਕਿਹਦੇ ਤੋਂ, ਜਬਰ ਖਾਨ ਤੋਂ। ਜੱਬਰ ਜਾਂ ਜਾਬਰ ਖਾਨ ਕੁਛ ਮਰਜ਼ੀ ਕਹਿ ਲਓ। 1834 ਦੇ ਵਿੱਚ ਕੀ ਹੈ ਜੀ, ਪਸ਼ਾਵਰ ਜਿੱਤਿਆ ਕਿਹਦੇ ਤੋਂ, ਅਜ਼ੀਮ ਖਾਨ ਤੋਂ। ਠੀਕ ਹੈ ਜੀ ਗੱਲ। ਤਾਂ ਇਹ ਸਾਰੀਆਂ ਗੱਲਾਂ 5 ਤੋਂ 10 ਕੁਐਸਚਨ ਮੈਂ ਤੁਹਾਨੂੰ ਕਰਾਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧਿਤ। ਮਹਾਰਾਜਾ ਰਣਜੀਤ ਸਿੰਘ ਨੇ ਕੀ ਹੈ ਜੀ, ਨਾਨਕਸ਼ਾਹੀ ਕੋਇਨਸ ਨੇ ਜਿਹੜੇ ਉਹ ਇਸ਼ੂ ਕੀਤੇ ਸੀ, ਇਹ ਵੀ ਗੱਲ ਤੁਸੀਂ ਯਾਦ ਰੱਖੋਗੇ। ਮਹਿਤਾਬ ਕੌਰ ਕਨ੍ਹਈਆ ਮਿਸਲ ਦੀ ਮਤਲਬ ਲੜਕੀ ਦੇ ਨਾਲ ਕੀ ਹੈ ਜੀ ਇਹਨਾਂ ਦਾ ਵਿਆਹ ਹੋਇਆ ਸੀ, ਇਹ ਵੀ ਗੱਲ ਤੁਸੀਂ ਯਾਦ ਰੱਖੋਗੇ। ਫਤਿਹ ਸਿੰਘ ਆਹਲੂਵਾਲੀਆ ਦੇ ਨਾਲ ਕੀ ਹੈ ਜੀ ਆਪਣੀ ਪੱਗ ਵਟਾਈ ਸੀ, ਤਾਂ ਉਹ ਮਿਸਲ ਨੂੰ ਵੀ ਕੀ ਹੈ ਜੀ, ਆਲੂ ਵਾਲੇ ਮਿਸਲ ਨੂੰ ਆਪਣੇ ਆਪ 'ਚ ਮਿਲਾ ਲਿਆ ਸੀ। ਠੀਕ ਹੈ ਜੀ ਗੱਲ। ਪੇਪਰ ਦੇ ਵਿੱਚ ਪੁੱਛ ਲੈਣਗੇ ਕਿ ਟੋਟਲ ਕਿੰਨੀਆਂ ਮਿਸਲਾਂ ਨੇ, ਤਾਂ ਤੁਸੀਂ ਕਹੋਗੇ ਜੀ 12 ਨੇ। ਠੀਕ ਹੈ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਤਾਂ ਇੰਨੀ ਕੁ ਇਨਫੋਰਮੇਸ਼ਨ ਇਸ ਕੁਐਸਚਨ ਦੇ ਨਾਲ ਸੰਬੰਧਿਤ ਕਾਫੀ ਹੈ। ਸ਼ਿਵ ਰਾਮ ਹਰੀ ਰਾਜਗੁਰੂ ਵਾਜ਼ ਐਨ ਇੰਡੀਅਨ ਰੈਵੋਲਿਊਸ਼ਨਰੀ ਫਰੋਮ। ਰਾਜਗੁਰੂ, ਕਈ ਬੱਚਿਆਂ ਨੇ ਪੂਰਾ ਨਾਮ ਨਹੀਂ ਸੁਣਿਆ ਹੋਊਗਾ, ਪੇਪਰ 'ਚ ਕਈ ਵਾਰ ਪੂਰਾ ਨਾਮ ਹੀ ਆ ਜਾਂਦਾ। ਜਿਵੇਂ ਇੱਕ ਨਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਪੇਪਰ ਹੋਇਆ ਸੀ, ਉਹਦੇ ਵਿੱਚ ਪੁੱਛ ਲਿਆ ਸਚਿਨ ਤੰਦੂਲਕਰ ਦਾ ਪੂਰਾ ਨਾਮ ਦੱਸੋ, ਮਤਲਬ ਉਹਨਾਂ ਦੇ ਨਾਂ ਦੇ ਵਿੱਚ ਕੀ ਪੈਂਦਾ, ਤਾਂ ਰਮੇਸ਼ ਪੈਂਦਾ, ਸਚਿਨ ਰਮੇਸ਼ ਤੰਦੂਲਕਰ। ਤਾਂ ਬਹੁਤੇ ਬੱਚਿਆਂ ਨੂੰ ਪਤਾ ਨਹੀਂ ਸੀ, ਜਮਾ ਈਜ਼ੀ ਕੁਐਸਚਨ ਸੀਗਾ। ਠੀਕ ਹੈ, ਤਾਂ ਧਿਆਨ ਰੱਖਿਆ ਕਰੋ, ਇਹ ਨੋਰਮਲ ਜਿਹੀਆਂ ਗੱਲਾਂ ਨੇ। ਤਾਂ ਸ਼ਿਵ ਰਾਮ ਹਰੀ ਰਾਜਗੁਰੂ ਕੀ ਸੀਗਾ ਜੀ, ਰਾਜਗੁਰੂ ਸੀਗੇ ਜਿਹੜੇ ਉਹ ਕ੍ਰਾਂਤੀਕਾਰੀ ਸੀਗੇ। ਕਿੱਥੋਂ ਸੀਗੇ, ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਮਹਾਰਾਸ਼ਟਰ, ਇਹਦਾ ਪਹਿਲੀ ਆਪਸ਼ਨ ਇਹਦਾ ਸਹੀ ਆਨਸਰ ਹੈ। ਠੀਕ ਹੈ ਜੀ ਗੱਲ। ਤਾਂ ਆਪਾਂ ਥੋੜ੍ਹਾ ਜਿਹਾ ਡਿਸਕਸ਼ਨ ਕਰ ਲੈਂਦੇ ਹਾਂ। ਜਿਵੇਂ ਇੱਕ ਰੈਵੋਲਿਊਸ਼ਨਰ ਸੀਗੇ ਆਪਣੇ ਜੀ ਕਰਤਾਰ ਸਿੰਘ ਸਰਾਭਾ। ਕਰਤਾਰ ਸਿੰਘ ਸਰਾਭਾ 'ਤੇ ਇੱਕ ਆਇਆ ਹੋਇਆ ਕੁਐਸਚਨ ਹੈ ਜੀ ਕਿ ਉਹ ਕਿਹਨੂੰ ਸਪੋਰਟ ਕਰਦੇ ਸੀ, ਤਾਂ ਕੌਣ ਸੀਗੇ, ਉਹ ਗਦਰੀ ਸੀਗੇ। ਠੀਕ ਹੈ ਜੀ ਗੱਲ। ਕਰਤਾਰ ਸਿੰਘ ਸਰਾਭਾ, ਕਰਤਾਰ ਸਿੰਘ ਸਰਾਭਾ ਤੋਂ ਪ੍ਰਭਾਵਿਤ ਸੀਗੇ ਕੌਣ, ਭਗਤ ਸਿੰਘ। ਭਗਤ ਸਿੰਘ ਇੱਕ ਹੋਰ ਤੋਂ ਕੀ ਤੋਂ ਇੰਸਪਾਇਰ ਸੀਗੇ, ਆਪਾਂ ਕਹਿ ਦਈਏ ਕਰਤਾਰ ਸਿੰਘ ਸਰਾਭਾ ਤੋਂ ਇਲਾਵਾ ਮਦਨ ਲਾਲ ਢੀਂਗਰਾ ਤੋਂ ਵੀ ਕੀ ਸੀਗੇ, ਇੰਸਪਾਇਰਡ ਸੀਗੇ ਭਗਤ ਸਿੰਘ। ਠੀਕ ਹੈ, ਭਗਤ ਸਿੰਘ ਦੀ ਕਿਤਾਬ ਯਾਦ ਰੱਖਣੀ ਹੈ, YIM
ਅਥੀਸਟ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। 27 ਸਤੰਬਰ 1907 ਨੂੰ ਕੀ ਹੈ ਜੀ ਭਗਤ ਸਿੰਘ ਦਾ ਜਨਮ ਹੁੰਦਾ ਕਿੱਥੇ? ਲਾਇਲਪੁਰ ਬੰਗਾ ਦੇ ਵਿੱਚ। ਪਿਤਾ ਦਾ ਨਾਮ ਕੀ ਸੀਗਾ ਜੀ? ਤਾਂ ਤੁਸੀਂ ਕਹੋਗੇ ਕਿਸ਼ਨ ਸਿੰਘ ਸੀਗਾ। ਮਾਤਾ ਦਾ ਨਾਮ ਕੀ ਸੀ? ਵਿਦਿਆਵਤੀ। ਠੀਕ ਹੈ ਜੀ ਗੱਲ। ਕਿਸ਼ਨ ਸਿੰਘ ਸੀਗੇ ਜਿਹੜੇ ਉਹ ਗਦਰ ਮੂਵਮੈਂਟ ਨੂੰ ਕੀ ਕਰਦੇ ਸੀ? ਸਪੋਰਟ ਕਰਦੇ ਸੀ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਆ। ਠੀਕ ਹੈ ਜੀ ਗੱਲ। ਅਤੇ ਭਗਤ ਸਿੰਘ ਨੇ ਕੀ ਹੈ ਜੀ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀਗਾ ਜੀ। ਠੀਕ ਹੈ ਜੀ ਗੱਲ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟ ਬਿੱਲ ਦੇ ਸੰਬੰਧਿਤ ਕੀ ਹੈ ਜੀ ਉੱਥੇ ਕੀ ਹੈ ਜੀ ਬੰਬ ਹੈ ਜਿਹੜਾ ਉਹ ਸੁੱਟਿਆ ਗਿਆ ਸੀਗਾ। 1926 ਦੇ ਵਿੱਚ ਕੀ ਹੈ ਜੀ ਪੰਜਾਬ ਨੌਜਵਾਨ ਸਭਾ ਦੇ ਜਿਹੜੇ ਮਤਲਬ ਸੈਕਰੇਟਰੀ ਸੀਗੇ ਜਾਂ ਪੰਜਾਬ ਨੌਜਵਾਨ ਸਭਾ ਫਾਊਂਡ ਕੀਤੀ 1926 ਦੇ ਵਿੱਚ ਕੀ ਨੇ ਜੀ? ਭਗਤ ਸਿੰਘ ਨੇ। ਠੀਕ ਹੈ, ਤਾਂ ਇੰਨੀਆਂ ਗੱਲਾਂ ਤੁਸੀਂ ਯਾਦ ਰੱਖ ਲਓਗੇ। ਅਤੇ ਇੱਕ ਆਪਾਂ ਹੋਰ ਯਾਦ ਰੱਖ ਲੈਂਦੇ ਹਾਂ ਸਰਦਾਰ ਊਧਮ ਸਿੰਘ। ਠੀਕ ਹੈ ਜੀ ਗੱਲ। ਊਧਮ ਸਿੰਘ ਦੇ ਬਾਰੇ ਆਪਾਂ ਕੀ ਯਾਦ ਰੱਖ ਸਕਦੇ ਹਾਂ? ਟਾਹਲ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਸੀ। ਮੁਕਤਾ ਸਿੰਘ ਉਹਨਾਂ ਦੇ ਬ੍ਰਦਰ ਦਾ ਨਾਮ ਸੀ। ਸ਼ੇਰ ਸਿੰਘ ਉਹਨਾਂ ਦਾ ਨਾਮ ਸੀ। ਠੀਕ ਹੈ ਜੀ ਗੱਲ। ਤਾਂ ਉਹ ਔਰਫਨ ਸਕੂਲ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਉੱਥੇ ਕੀ ਹੈ ਜੀ ਪੜ੍ਹੇ ਨੇ ਜੀ। ਠੀਕ ਹੈ, ਅਤੇ ਉਹਨਾਂ ਨੇ ਇੱਕ ਆਪਣੇ ਆਪ ਨੂੰ ਨਾਮ ਦੇ ਲਿਆ ਸੀਗਾ। ਕੀ ਨਾਮ ਦਿੱਤਾ ਸੀਗਾ? ਰਾਮ ਮੁਹੰਮਦ ਸਿੰਘ ਆਜ਼ਾਦ। ਪੇਪਰ 'ਚ ਪੁੱਛਣਗੇ ਜੀ। ਠੀਕ ਹੈ, ਤਾਂ ਰਾਮ ਮੁਹੰਮਦ ਸਿੰਘ ਆਜ਼ਾਦ ਕੀ ਨੇ ਆਪਣੇ ਆਪ ਨੂੰ ਨਾਮ ਦਿੱਤਾ ਸੀ? ਤਾਂ ਸਰਦਾਰ ਊਧਮ ਸਿੰਘ ਨੇ ਦਿੱਤਾ ਸੀ। ਤਾਂ ਇਹ ਨਾਮ ਦੇ ਵਿੱਚ ਕੀ ਹੈ ਸਾਰੇ ਧਰਮਾਂ ਨੂੰ ਕੀ ਹੈ ਜੀ ਮਿਲਾ ਕੇ ਇੱਕ ਨਾਮ ਰੱਖਿਆ ਸੀਗਾ। ਰਾਮ ਮਤਲਬ ਇੱਕ ਹਿੰਦੂ ਧਰਮ ਨੂੰ ਮਤਲਬ ਕੀ ਹੈ ਜੀ ਡੈਡੀਕੇਟਡ ਸੀਗਾ। ਮੁਹੰਮਦ ਸੀਗਾ ਜਿਹੜਾ ਮੁਸਲਮਾਨ, ਸਿੰਘ ਸਿੱਖਾਂ ਦੇ ਲਈ, ਆਜ਼ਾਦ ਮਤਲਬ ਸਾਰੇ ਧਰਮਾਂ ਤੋਂ ਕੀ ਹੈ ਜੀ ਮੁਕਤ। ਠੀਕ ਹੈ ਜੀ ਗੱਲ। ਤਾਂ ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇਹਨਾਂ ਨੇ ਕੀ ਹੈ ਜੀ ਮਾਈਕਲ ਉਹ ਡਾਇਰ ਨੂੰ ਕੀ ਹੈ ਜੀ ਮਾਰਿਆ ਸੀਗਾ 1940 ਦੇ ਵਿੱਚ ਕੌਕਸਟਨ ਹਾਲ ਇੰਗਲੈਂਡ ਦੇ ਵਿੱਚ। ਠੀਕ ਹੈ ਜੀ ਗੱਲ ਯਾਦ ਰੱਖਣੀ ਹੈ, ਨਾ ਕਿ ਜਨਰਲ ਡਾਇਰ ਨੂੰ। ਠੀਕ ਹੈ, ਬਹੁਤੇ ਬੱਚਿਆਂ ਨੂੰ ਕਨਫਿਊਜ਼ਨ ਹੈ ਕਿ ਜਨਰਲ ਡਾਇਰ ਨੂੰ ਮਾਰਿਆ ਸੀ। ਪੇਪਰ ਦੇ ਵਿੱਚ ਇਹ ਟ੍ਰਿਕੀ ਕੁਐਸਚਨ ਬਣਾ ਲੈਂਦਾ ਹੈ। ਮਾਈਕਲ ਅਡਵਾਇਰ ਨੂੰ ਮਾਰਿਆ ਸੀਗਾ। ਠੀਕ ਹੈ ਜੀ ਗੱਲ। ਜਿਹੜਾ ਜਨਰਲ ਡਾਇਰ ਸੀ ਉਹਦੀ ਤਾਂ ਡੈਥ ਹੈ ਜਿਹੜੀ ਉਹ ਮਤਲਬ ਆਟੋਮੈਟਿਕਲੀ ਆਪਣੇ ਆਪ ਹੀ ਹੋ ਗਈ ਸੀਗੀ। ਠੀਕ ਹੈ, ਤਾਂ ਇਹ ਗੱਲਾਂ ਤੁਸੀਂ ਜਿਹੜੀਆਂ ਯਾਦ ਰੱਖਣੀਆਂ ਨੇ। ਤਾਂ ਇਹਦਾ ਆਨਸਰ ਕੀ ਆਊਗਾ ਕੁਐਸਚਨ ਦਾ? ਪਹਿਲੀ ਆਪਸ਼ਨ ਮਹਾਰਾਸ਼ਟਰ ਸਹੀ ਆਨਸਰ ਹੈ। ਠੀਕ ਹੈ, ਇੱਕ ਨਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਮਹਾਰਾਸ਼ਟਰ ਤੋਂ ਮੈਨੂੰ ਯਾਦ ਆਇਆ। ਮਹਾਰਾਸ਼ਟਰ ਦੀ ਕੈਪੀਟਲ ਕੀ ਹੈ ਜੀ? ਬੰਬੇ ਆ। ਠੀਕ ਹੈ, ਤਾਂ ਬੰਬੇ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ? ਕਈ ਇੱਕ ਨਾ ਟੈਟ ਦੇ ਵਿੱਚ ਕੁਐਸਚਨ ਆਇਆ ਸੀ ਮੈਨੂੰ ਸ਼ਾਇਦ ਇਹ ਕਾਟਨ ਪੋਲਿਸ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ? ਤੁਸੀਂ ਕਹੋਗੇ ਜੀ ਬੰਬੇ ਨੂੰ। ਠੀਕ ਹੈ ਜੀ ਗੱਲ। ਤਾਂ ਧਿਆਨ ਦੇ ਵਿੱਚ ਰੱਖਿਓ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਡਿਵੀਜ਼ਨ ਆਫ ਪੰਜਾਬ। ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜੀ ਡਿਵੀਜ਼ਨ ਨਹੀਂ ਹੈਗੀ ਪੰਜਾਬ ਦੀ? ਪਹਿਲੀ ਗੱਲ ਤਾਂ ਡਿਵੀਜ਼ਨਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਪੰਜਾਬ ਦੀਆਂ ਕਿੰਨੀਆਂ ਨੇ ਜੀ? 5 ਨੇ। ਠੀਕ ਹੈ, ਫਰੀਦਕੋਟ ਡਿਵੀਜ਼ਨ ਬਿਲਕੁਲ ਹੈਗੀ ਹੈ ਜੀ। ਜਲੰਧਰ ਹੈਗੀ ਹੈ, ਪਟਿਆਲਾ ਹੈਗੀ ਹੈ, ਰੋਪੜ ਹੈਗੀ ਹੈ। ਫਾਜ਼ਿਲਕਾ ਜਿਹੜੀ ਡਿਵੀਜ਼ਨ ਨਹੀਂ ਹੈਗੀ। ਠੀਕ ਹੈ, ਤਾਂ ਫਿਰੋਜ਼ਪੁਰ ਆਊਗਾ ਇੱਥੇ। ਠੀਕ ਹੈ ਜੀ ਗੱਲ। ਤਾਂ ਫਿਰੋਜ਼ਪੁਰ ਕੀ ਹੈ ਜੀ ਡਿਵੀਜ਼ਨ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ, ਪੰਜਾਬ ਦੇ ਹੁਣ ਕਿੰਨੇ ਡਿਸਟ੍ਰਿਕਟ ਹੋ ਚੁੱਕੇ ਨੇ ਜੀ? 23 ਹੋ ਚੁੱਕੇ ਨੇ। 23ਵਾਂ ਕਿਹੜਾ ਬਣਿਆ ਜੀ? ਮਲੇਰਕੋਟਲਾ। ਤੁਸੀਂ ਯਾਦ ਰੱਖਣੀ ਹੈ ਗੱਲ। ਠੀਕ ਹੈ ਜੀ ਗੱਲ। ਪੰਜਾਬ ਦੀ ਜਿਹੜੀ ਪਾਕਿਸਤਾਨ ਦੇ ਨਾਲ ਬਾਉਂਡਰੀ ਲੱਗਦੀ ਹੈ ਉਹ ਕਿੰਨੀ ਲੱਗਦੀ ਹੈ ਜੀ? 553 ਕਿਲੋਮੀਟਰ ਲੱਗਦੀ ਹੈ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਤਾਂ ਕਿੰਨੀਆਂ ਜ਼ਿਲ੍ਹਿਆਂ ਦੀ ਲੱਗਦੀ ਹੈ? 6 ਦੀ ਲੱਗਦੀ ਹੈ। ਠੀਕ ਹੈ, ਕਿਹੜੇ ਦੀ ਲੱਗਦੀ ਹੈ ਜੀ? ਫਿਰੋਜ਼ਪੁਰ ਦੀ ਲੱਗਦੀ ਹੈ, ਫਾਜ਼ਿਲਕਾ ਦੀ ਲੱਗਦੀ ਹੈ, ਤਰਨਤਾਰਨ ਦੀ ਲੱਗਦੀ ਹੈ, ਅੰਮ੍ਰਿਤਸਰ ਦੀ ਲੱਗਦੀ ਹੈ, ਗੁਰਦਾਸਪੁਰ ਦੀ ਲੱਗਦੀ ਹੈ ਅਤੇ ਪਠਾਨਕੋਟ ਦੀ ਲੱਗਦੀ ਹੈ। ਪੰਜਾਬ ਦੀ ਜਿਹੜੀ ਸ਼ੇਪ ਆ ਉਹ ਕਿਹੜੀ ਹੈ ਜੀ? ਟ੍ਰਾਇੰਗੂਲਰ ਹੈ। ਪੇਪਰ ਦੇ ਵਿੱਚ ਪੁੱਛ ਲੈਣਗੇ। ਠੀਕ ਹੈ ਜੀ। ਤਾਂ ਪੰਜਾਬ ਦੀ ਜਿਹੜੀ ਬਾਉਂਡਰੀ ਆ ਉਹ ਕਿੰਨੀਆਂ ਸਟੇਟਾਂ ਨਾਲ ਲੱਗਦੀ ਹੈ? ਤੁਹਾਨੂੰ ਇਹ ਵੀ ਪੁੱਛ ਸਕਦਾ। ਤਾਂ 3 ਸਟੇਟਾਂ ਨਾਲ ਲੱਗਦੀ ਹੈ ਅਤੇ 2 ਯੂਟੀਜ਼ ਦੇ ਨਾਲ ਲੱਗਦੀ ਹੈ। ਠੀਕ ਹੈ ਜੀ ਗੱਲ। ਪੰਜਾਬ ਦਾ ਜਿਹੜਾ ਪੇਪਰ ਦੇ ਵਿੱਚ ਪੁੱਛ ਲੈਣਗੇ ਨੌਰਥ ਦੇ ਵਿੱਚ ਕਿਹਦੇ ਨਾਲ ਲੱਗਦੀ ਹੈ? ਤਾਂ ਜੰਮੂ ਐਂਡ ਕਸ਼ਮੀਰ ਦੇ ਨਾਲ ਲੱਗਦੀ ਹੈ। ਪਠਾਨਕੋਟ ਹੈ ਜੀ ਨੌਰਥ ਦੇ ਵਿੱਚ। ਠੀਕ ਹੈ ਜੀ। ਹਰਿਆਣੇ ਅਤੇ ਰਾਜਸਥਾਨ ਨਾਲ ਕਿੱਥੇ ਹੈ ਜੀ? ਥੱਲੇ ਜੇ ਲੱਗਦੀ ਹੈ ਜਿੱਥੇ ਮਾਨਸਾ ਪੈ ਜਾਂਦਾ। ਠੀਕ ਹੈ ਜੀ ਗੱਲ। ਤਾਂ ਈਸਟ ਦੇ ਵਿੱਚ ਕੀ ਹੈ ਜੀ? SAS ਨਗਰ ਚੰਡੀਗੜ੍ਹ ਮੋਹਾਲੀ ਦੀ ਲੱਗਦੀ ਹੈ ਜੀ। ਠੀਕ ਹੈ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਤਾਂ ਧਿਆਨ ਦੇ ਵਿੱਚ ਰੱਖਿਓ। ਪੰਜਾਬ ਦੇ ਵਿੱਚ ਸਾਰਿਆਂ ਨਾਲੋਂ ਵੱਧ ਜਿਹੜਾ ਫੋਰੈਸਟ ਏਰੀਆ ਉਹ ਕਿੱਥੇ ਹੈ ਜੀ? ਹੁਸ਼ਿਆਰਪੁਰ ਦੇ ਵਿੱਚ ਹੈ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਅਤੇ ਹੁਸ਼ਿਆਰਪੁਰ ਤੋਂ ਬਾਅਦ ਕਿਹਦੇ ਵਿੱਚ ਹੈ ਜੀ? ਰੋਪੜ ਦੇ ਵਿੱਚ ਹੈ। ਰੋਪੜ ਤੋਂ ਬਾਅਦ ਨਵਾਂਸ਼ਹਿਰ ਦੇ ਵਿੱਚ ਹੈ। ਨਵਾਂਸ਼ਹਿਰ ਤੋਂ ਬਾਅਦ ਕਿੱਥੇ ਹੈ ਜੀ? ਗੁਰਦਾਸਪੁਰ ਦੇ ਵਿੱਚ ਹੈ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਤਾਂ ਇੰਨੀ ਕੁ ਗੱਲ ਇੰਪੋਰਟੈਂਟ ਹੈ। ਪੰਜਾਬ ਦੇ ਨਾਲ ਸੰਬੰਧਿਤ ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਗੱਲਾਂ ਹੋਰ ਦੱਸ ਦਿੰਦਾ। ਪੰਜਾਬ ਦਾ ਪੇਪਰ 'ਚ ਏਰੀਆ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ 50,362 ਹੈ ਜੀ। ਪੰਜਾਬ ਦੀ ਜਿਹੜੀ ਡੈਂਸਿਟੀ ਪੁੱਛ ਲਏ ਤਾਂ ਤੁਸੀਂ ਕਹੋਗੇ ਜੀ 551 ਸਕੁਆਇਰ ਕਿਲੋਮੀਟਰ ਹੈ। ਠੀਕ ਹੈ, ਕਈ ਬੱਚੇ ਕਨਫਿਊਜ਼ ਹੋ ਜਾਂਦੇ ਨੇ। 50,362 ਕੀ ਹੈ ਜੀ? ਏਰੀਆ। ਡੈਂਸਿਟੀ ਕੀ ਹੁੰਦੀ ਹੈ? 1 ਸਕੁਆਇਰ ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਰਹਿ ਰਹੇ ਨੇ? ਪੰਜਾਬ ਦੀ ਵੀ ਡੈਂਸਿਟੀ ਕਿੰਨੀ ਹੈ ਜੀ? 551। ਠੀਕ ਹੈ ਜੀ ਗੱਲ। ਤਾਂ ਯਾਦ ਰੱਖੋਗੇ, ਇੰਪੋਰਟੈਂਟ ਹੈ। ਪੰਜਾਬ ਦੇ ਪਹਿਲੇ CM ਪੇਪਰ 'ਚ ਪੁੱਛ ਲੈਣਗੇ ਤਾਂ ਤੁਸੀਂ ਕਹੋਗੇ ਜੀ ਗੋਪੀ ਚੰਦ ਭਾਰਗਵ ਸੀਗੇ। ਪਹਿਲੇ ਗਵਰਨਰ ਕੌਣ ਸੀਗੇ ਜੀ? ਚੰਦੂ ਲਾਲ ਤ੍ਰਿਵੇਦੀ। ਪੰਜਾਬ ਹੈ ਜਿਹੜਾ ਹਰਿਆਣੇ ਨਾਲ ਕਦੋਂ ਵੱਖ ਹੋਇਆ ਜੀ? 1966। ਪ੍ਰੋਪਰ ਡੇਟ ਪੁੱਛ ਲੈਣ 1 ਨਵੰਬਰ। ਠੀਕ ਹੈ ਜੀ। ਤਾਂ 1 ਨਵੰਬਰ 1966 ਵੇਲੇ ਪੰਜਾਬ ਦੇ CM ਕੌਣ ਸੀ? ਮਤਲਬ ਮਾਡਰਨ ਪੰਜਾਬ ਦੇ CM ਕੌਣ ਸੀ? ਤੁਸੀਂ ਕਹੋਗੇ ਜੀ ਗੁਰਮੁਖ ਸਿੰਘ
ਮੁਸਾਫਿਰ। ठीक है जी गल। तो गुरमुख सिंह मुसाफिर की एक किताब भी तुसी याद रखनी है, किहड़ी जी? उर्वर पार। ठीक है, ये गल तुसी याद रखोगे। 1966 के पंजाब वाले गवर्नर कौन सीगे? तो तुसी कहोगे जी धर्मवीर सीगे। ठीक है जी, तो इन्नियां गल्लां तुसी याद रख लोगे। थोड़ा जिहा पंजाब के बारे मैं तुहानूं होर दस दिना। पंजाब के सब तो वध पढ़े लिखे लोग कित्थे ने? हुशियारपुर दे ने। घट जिहड़ा लिटरेसी रेट कित्थे है जी? वो कित्थे है? मानसा दे विच है। ठीक है, तो होर आपां की याद कर सकते हाँ? मोस्ट पॉपूलेटिड डिस्ट्रिक्ट किहड़ा जी पंजाब दा? तो तुसी कहोगे जी लुधियाना है। ठीक है, तो लीस्ट पॉपूलेटेड डिस्ट्रिक्ट किहड़ा जी? तो तुसी कहोगे जी बरनाला है। ठीक है जी। सारे नाल घट डेंसिटी कित्थे है जी? तो तुसी कहोगे जी पंजाब दे विच मुक्तसर दे विच है। ठीक है गल, ये भी तुसी याद रखनी है। तो इन्नी एक गल्लां की है जी काफ़ी है। तो पहला ऑप्शन जिहड़ा इहदा फाजिलका हो, इहदा सही आंसर आऊगा। द फेयर ऑफ बाबा सोडल इज़ हैल्ड इन। बाबा सोडल मेला कित्थे लगदा है? तो याद रखोगे कित्थे जी? जलंधर दे विच लगदा हैगा जी। तुसी ध्यान दे विच इह गल जिहड़ी रखनी है। ठीक है, थोड़े जे मेले तुहानूं मैं होर याद करा देना, जिवें जरग फेयर आपां पहले क्वेश्चन दे विच कीता सीगा, कित्थे जी? पायल लुधियाणे दे विच लगदा है जी। ठीक है जी गल। शीतला माता की है जी पूजा की जाती है चेत महीने दे विच, ते डोंकी नूं भी पूजया जाता है। ये गल्लां तुसी याद रखनियां ने। जरग तो इलावा तुसी रौजा शरीफ का मेला भी याद रखना है। तो कित्थे लगदा है? सरहंद दे विच लगदा है जी। ठीक है गल। रौजा शरीफ मतलब किहदी याद दे विच, किहदे ऑनर दे विच लगदा है? पेपर दे विच तुहानूं की है जी ये पुछ सकदा है जी। तो सूफी संत शेख अहमद फारूकी, ठीक है, सरहिंदी के नाँ से की है जी सरहंद दे विच रौजा शरीफ का मेला लगदा हैगा। ठीक है, तो एक तुसी पेपर दे विच याद रखना रोशनी फेयर कित्थे लगदा जी? तो तुसी कहोगे जगराओं दे विच लगदा है जी। ठीक है, जगराओं लुधियाना दे विच रोशनी फेयर है जिहड़ा वो लगदा है। किहदे नाम दे नाल लगदा जी? तो तुसी याद रखोगे अब्दुल, ठीक है, कादिर जलानी। अब्दुल कादिर जलानी के नाँ से की है जी ये लगदा हैगा। ठीक है, तो ये ऑप्शन पहली ऑप्शन इहदा जिहड़ा की है जी सही आंसर है। रबाब वाज इंस्ट्रूमेंट ऑफ। रबाब कहते कित्थों का इंस्ट्रूमेंट है जी? ठीक है, पेपर से पूछा क्वेश्चन है तो तुसी लाओगे जी अफगानिस्तान का इंस्ट्रूमेंट है जी। अफगानिस्तान की कैपिटल की है जी? काबुल है। पाकिस्तान की इस्लामाबाद है। पंजाब की चंडीगढ़ है जी। ठीक है, मुल्तान की है जी? अफगानिस्तान के एक शहर है जी। ठीक है जी गल। तो यह भी गल तुसी याद रखनी है। मुल्तान है जिहड़ा, मुल्तान महाराजा रणजीत सिंह ने कदों जित्तिया सीगा जी? तो 1818 के विच कितों जी? मुजफ्फर खान तो जित्तिया सीगा। ठीक है, तो इन्नियां गल्लां तुसी याद रखनियां ने। इन विच ईयर द स्टेट एनीमल, स्टेट बर्ड एंड स्टेट ट्री ऑफ पंजाब वाज नोटिफाइड। मतलब जिहड़ा पंजाब का एनीमल पंछी ते ट्री है जिहड़े वो कदों नोटिफाई होए ने? तो सीधा तुहानूं एग्जैक्ट डेट याद रखनी पैनी है जी। 1999 दे विच की है जी ये नोटिफाइड होए ने। स्टेट एनीमल किहड़ा है जी? अपना ब्लैक बक याद रखोगे। बर्ड किहड़ा जी? तो तुसी याद रखोगे नॉर्दन गौशवाक। ठीक है जी, तो ट्री किहड़ा जी? शीशम है। ठीक है, जिन्होंने आप टाली कह दें। ठीक है, तो याद रखोगे इंपॉर्टेंट है। पंजाब का एरिया कितना है जी? 50,362 स्केयर किलोमीटर है। डेंसिटी कितनी है जी? 551 जी। ठीक है, तो इंपॉर्टेंट आ। चलते हैं नैक्सट क्वेश्चन वाल। पंजाबी लैंगुएज वाज इंट्रोड्यूसड एज एन ऑफिशियल लैंगुएज ऑफ स्टेट ऑन। कहना पंजाबी लैंगुएज है जी वो ऑफिशियल लैंगुएज ऑफ स्टेट कदों इंट्रोड्यूस की गई? तो यह भी सोनू डेट है जी प्रॉपर याद रखनी पऊगी। इंपॉर्टेंट क्वेश्चन है, पेपर के पूछ सकता है। 13 अप्रैल 1968 के विच। ठीक है, तो जिहड़ा यह एक्ट सीगा किहड़ा सीगा जी? पंजाब लैंगुएज एक्ट 1967। ठीक है, तो याद रखना है। पर जिहड़े इंट्रोड्यूस ऑफिशियल लैंगुएज कदों हुई जी? 13 अप्रैल 1968। 1970 मैंने ऑप्शन के दिख रहा है। पंजाब दे विच तुहानूं मैं एक थोड़ा जिहा दस देना जी कि पंजाब दे विच सिर्फ तो सिर्फ लैजिसलेटिव असैंबली है, लैजिसलेटिव कौंसल है जिहड़ी नहीं हैगी। तो लैजिसलेटिव कौंसल है जिहड़ी डिलीट की सी पंजाब दे विच कदों की सी जी? 1970 के विच कीती सी। याद रखोगे। तो तुहानूं थोड़ा जिहा होर दस देना, जिहड़ी गुरमुखी है जी, ठीक है, वो आपां किहदे तो आपां मतलब की हैगी आपां ड्राइव की हुई है? तो गुरमुखी लिपि जिहड़ी वो हैगी जी ब्रह्मी। ठीक है, तो पेपर के सीधा क्वेश्चन आ जाता है। तो जे तुहानूं ऐ पुछ ले भी पंजाबी लैंगुएज है जिहड़ी, पंजाबी लैंगुएज है जिहड़ी पेपर के तुहानूं पुछ लैण की तो ड्राइव की है जी? तो तुसीं कहोगे जी ये इंडो आरीयन लैंगुएज तो की है जी ड्राइव की है। ठीक है जी गल। तो तुसीं याद रखोगे इंपॉर्टेंट है। तो इत्थे आपां अपने सैशन का अंत करते हैं। जेकर वीडियो वधिया लगी
ਤਾਂ ਸ਼ੇਅਰ ਅਤੇ ਸਪੋਰਟ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੇਣਾ ਨਾ ਭੁੱਲਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।